रामकली महला पंजवा। पवनै मह पवन समाया, ज्योति मह जोत रल जाया। ਤਾਂ ਇਸ ਪਾਵਨ ਸ਼ਬਦ ਰਾਹੀਂ ਗੁਰੂ ਜੀ ਸਮਝਾ ਰਹੇ ਨੇ, ਵਾਹਿਗੁਰੂ ਦੇ ਹੁਕਮ ਦੀ ਇੱਕ ਮਿਸਾਲ ਦਿੰਦੇ ਨੇ ਕਿ ਲੋਕੀ ਉਸ ਵਾਹਿਗੁਰੂ ਦੇ ਹੁਕਮ ਨੂੰ ਨਾ ਪਛਾਣਦੇ ਹੋਏ ਜੀਵ ਦੇ ਮਰਨ ਦੇ ਉੱਤੇ ਸੋਗ ਕਰਦੇ ਨੇ। ਲੇਕਿਨ ਜੋ ਹੁਕਮ ਨੂੰ ਸਮਝਦੇ ਨੇ, ਜਾਣਦੇ ਨੇ, ਤਾਂ ਉਹਨਾਂ ਨੂੰ ਫਿਰ ਐਵੇਂ ਸਮਝ ਆ ਜਾਂਦੀ ਹੈ ਕਿ ਸਰੀਰ ਤੱਤਾਂ ਦਾ ਬਣਿਆ, ਤੱਤਾਂ ਦੇ ਵਿੱਚ ਹੀ ਮਿਲ ਜਾਂਦਾ ਹੈ, ਕੁਝ ਵੀ ਮੁੱਕਦਾ ਨਹੀਂ। ਉਹ ਲੋਕ ਫਿਰ ਮੋਹ ਦੇ ਕਾਰਨ ਰੋਂਦੇ ਨਹੀਂ, ਕਲਪਦੇ ਨਹੀਂ, ਸਗੋਂ ਰੱਬੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦੇ ਨੇ। ਤਾਂ ਗੁਰੂ ਜੀ ਪਹਿਲੀ ਪੰਕਤੀ ਵਿੱਚ ਬਚਨ ਕਰਦੇ ਹਨ, ਪਵਨੈ ਮਹਿ ਪਵਨ ਸਮਾਇਆ, ਕਿ ਜਦੋਂ ਸਰੀਰਕ ਮੌਤ ਹੁੰਦੀ ਹੈ ਤਾਂ ਕੀ ਕੁਛ ਵਾਪਰਦਾ ਹੈ। ਦੇਖੋ, ਸਾਡਾ ਸਰੀਰ ਜਿਹੜਾ ਹੈ, ਮੰਨਿਆ ਜਾਂਦਾ ਹੈ ਕਿ ਪੰਜਾਂ ਤੱਤਾਂ ਤੋਂ ਬਣਿਆ ਹੈ। ਧਰਤੀ ਯਾਨੀ ਮਿੱਟੀ, ਆਕਾਸ਼, ਅੱਗ, ਪਾਣੀ ਔਰ ਹਵਾ, ਇਹਨਾਂ ਪੰਜਾਂ ਤੱਤਾਂ ਦਾ ਸਰੀਰ ਬਣਿਆ। ਜਦੋਂ ਸਾਡੀ ਮੌਤ ਹੁੰਦੀ ਹੈ, ਜਿਸ ਨੂੰ ਅਸੀਂ ਮੌਤ ਕਹਿੰਦੇ ਹਾਂ, ਤਾਂ ਮੌਤ ਤੋਂ ਬਾਅਦ ਇਸ ਸਰੀਰ ਨੂੰ ਜਲਾਇਆ ਜਾਂਦਾ ਹੈ, ਦਫਨਾਇਆ ਜਾਂਦਾ ਹੈ, ਜਾਂ ਪਾਣੀ ਵਿੱਚ ਰੋੜਿਆ ਜਾਂਦਾ ਹੈ, ਜਾਂ ਹੋਰ ਕਿਸੇ ਢੰਗ ਦੇ ਨਾਲ ਇਹਨੂੰ ਬਿਲੇ ਲਾਇਆ ਜਾਂਦਾ ਹੈ। ਤਾਂ ਹੁੰਦਾ ਕੀ ਹੈ, ਪੰਜੇ ਤੱਤ ਆਪੋ ਆਪਣੇ ਮਹਾਨ ਤੱਤਾਂ ਦੇ ਵਿੱਚ ਮਿਲ ਜਾਂਦੇ ਨੇ। ਮਿਸਾਲ ਵਜੋਂ ਜੋ 60-70% ਪਾਣੀ ਹੈ, ਉਹ ਪਾਣੀ ਵਿੱਚ, ਹਵਾ ਵਿੱਚ, ਅੱਗ ਵਿੱਚ ਮਿਲ ਜਾਂਦੀ ਹੈ। ਗੁਰੂ ਜੀ ਸਾਨੂੰ ਇਸ ਪਾਵਨ ਸ਼ਬਦ ਰਾਹੀਂ ਇਹ ਸਮਝਾ ਰਹੇ ਨੇ, ਪਵਨੈ ਮਹਿ ਪਵਨ ਸਮਾਇਆ, ਕਿ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ, ਅਸਲ ਵਿੱਚ ਮਰਦਾ ਕੁਛ ਨਹੀਂ। ਅਸਲ ਵਿੱਚ ਇਹ ਹੁੰਦਾ ਹੈ ਕਿ ਉਹਦੇ ਪੰਜ ਤੱਤੀ ਸਰੀਰ ਵਿੱਚੋਂ ਸਵਾਸ ਹਵਾ ਵਿੱਚ ਮਿਲ ਜਾਂਦੇ ਨੇ। ਪਵਨੈ ਮਹਿ ਪਵਨ ਸਮਾਇਆ, ਜੋ ਪਵਨ ਹੈ ਉਹ ਪੰਜ ਤੱਤੀ ਸਰੀਰ ਦੇ ਵਿੱਚੋਂ ਹਵਾ ਵਿੱਚ ਮਿਲ ਜਾਂਦੀ ਹੈ। ਮਰਦਾ ਕੁਛ ਨਹੀਂ ਹੈ, ਇਹ ਕੁਛ ਵਾਪਰਦਾ ਹੈ। ਜੋਤੀ ਮਹਿ ਜੋਤ ਰਲ ਜਾਇਆ, ਤਾਂ ਇੱਥੇ ਭਾਈ ਮਨਮੋਹਨ ਸਿੰਘ ਜੀ ਜੋ ਅਰਥ ਕਰ ਰਹੇ ਨੇ, ਜੋ ਗੁਰਬਾਣੀ ਸਰਚਰ ਤੇ ਬਾਕੀ ਐਪਸ ਦੇ ਵਿੱਚ ਵੀ ਹੈ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੀ ਇਜਾਜ਼ਤ ਦਿੱਤੀ ਹੋਈ ਹੈ। ਤਾਂ ਜੋਤੀ ਮਹਿ ਜੋਤ ਰਲ ਜਾਇਆ, ਇੱਥੇ ਜੋਤੀ ਦਾ ਅਰਥ ਕਰ ਰਹੇ ਨੇ ਅੱਗ, ਕਿ ਅੱਗ ਦੇ ਵਿੱਚ ਅੱਗ ਮਿਲ ਜਾਂਦੀ ਹੈ ਸਰੀਰ ਦੇ ਪੰਜਾਂ ਤੱਤਾਂ ਚੋਂ। ਪਵਨੇ ਮੈਂ ਪਵਨ ਸਮਾਇਆ, ਹਵਾ ਵਿੱਚ ਮਿਲ ਗਈ। ਜੋਤੀ ਮਹਿ ਜੋਤ ਰਲ ਜਾਇਆ, ਅੱਗ ਦੇ ਵਿੱਚ ਮਿਲ ਗਈ। ਮਾਟੀ ਹੋਈ ਏਕ, ਤੇ ਸਰੀਰ ਦੀ ਜੋ ਮਿੱਟੀ ਸੀ ਉਹ ਮਿੱਟੀ ਦੇ ਨਾਲ ਜਾ ਮਿਲਦੀ ਹੈ। ਜਲਨ ਤੋਂ ਬਾਅਦ ਰਾਖ ਬਣ ਜਾਂਦੀ ਹੈ। ਜੇ ਕੋਈ ਦਬਦਾ ਹੈ ਤਾਂ ਉਹ ਗਲ ਕੇ ਮਿੱਟੀ ਵਿੱਚ ਮਿਲ ਜਾਂਦੀ ਹੈ। ਰੋਵਨ ਹਾਰੇ ਕੀ ਕਵਨ ਟੇਕ, ਕਵਨ ਟੇਕ ਦਾ ਮਤਲਬ ਕਿਹੜਾ ਆਸਰਾ, ਕਿ ਰੋਣ ਵਾਲੇ ਦਾ ਆਸਰਾ ਕਿਹੜਾ ਹੈ। ਇੱਥੇ ਆਸਰੇ ਦੇ ਦੋ ਅਰਥ ਲੈਣੇ ਨੇ। ਇੱਕ ਪਹਿਲੀ ਗੱਲ ਤੇ ਹੈ ਕਿ ਰੋਣ ਵਾਲੇ ਦਾ ਬੇਸ ਕੀ ਹੈ, ਕਿ ਉਸ ਕਿਸ ਚੀਜ਼ ਨੂੰ ਰੋ ਰਿਹਾ ਹੈ, ਕਿ ਜਿਹੜੀ ਮਰ ਗਈ ਹੈ। ਮਰਿਆ ਤੇ ਕੁਛ ਨਹੀਂ, ਸਰੀਰ ਦੇ ਤੱਤਾਂ ਵਿੱਚ ਮਿਲ ਗਏ ਨੇ, ਤਾਂ ਉਹਦੇ ਰੋਣ ਦਾ ਬੇਸ ਕੀ, ਉਹ ਕਿਹਨੂੰ ਰੋ ਰਿਹਾ, ਪਹਿਲੀ ਗੱਲ। ਤੇ ਦੂਜੀ, ਰੋਵਨ ਹਾਰੇ ਕੀ ਕਵਨ ਟੇਕ, ਕਿ ਜਿਹੜਾ ਰੋਣ ਵਾਲਾ ਹੈ ਉਹਦੀ ਕਿਹੜੀ ਟੇਕ ਹੈ, ਕਿ ਜਿਹੜੀ ਉਹਨੂੰ ਸਦਾ ਵਾਸਤੇ ਬਚਾਈ ਰੱਖੇਗੀ। ਭਗਤ ਕਬੀਰ ਜੀ ਕਹਿੰਦੇ ਨੇ, ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਨ ਜੀਜੈ। ਕਿਸੇ ਦੇ ਮਰਨ ਤੇ ਰੋਈਏ ਤਾਂ ਕਿ ਅਸੀਂ ਤੇ ਸਦਾ ਜਿਉਂਦੇ ਰਹਿਣਾ, ਤੇ ਉਹ ਵਿਚਾਰਾ ਮਰ ਗਿਆ, ਬੜਾ ਮਾੜਾ ਹੋਇਆ, ਫਿਰ ਤੇ ਰੋਣਾ ਸਾਡਾ ਸੱਚਾ, ਕਿਉਂਕਿ ਉਹ ਕੱਲਾ ਮਰਿਆ, ਹੋਰ ਤੇ ਕਦੇ ਕੋਈ ਮਰਿਆ ਨਹੀਂ, ਅਸੀਂ ਕਦੇ ਮਰਨਾ ਨਹੀਂ, ਵਿਚਾਰਾ ਉਹ ਵੀ ਜਿਉਂਦਾ ਰਹਿੰਦਾ, ਦੁਨੀਆ ਵਹਿੰਦਾ, ਫਿਰ ਤੇ ਰੋਣਾ ਸੱਚਾ ਹੈ। ਪਰ ਰੋਣ ਵਾਲੇ ਨੇ ਵੀ ਤੇ ਇੱਕ ਦਿਨ ਮਰ ਜਾਣਾ ਨਾ, ਰੋਣ ਵਾਲੇ ਨੇ ਵੀ ਤੇ ਇਸ ਦੁਨੀਆ ਦੇ ਉੱਤੇ ਨਹੀਂ ਨਾ ਬਚਣਾ। ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਨ ਜੀਜੈ। ਸੋਗ ਤੇ ਤਾਂ ਕਰੋ ਜੇ ਤੁਸੀਂ ਆਪ ਜਿਉਣਾ ਹੋਵੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਸਾਨੂੰ ਸਮਝਾਉਂਦੇ ਨੇ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ। ਚਿੰਤਾ ਉਸ ਚੀਜ਼ ਦੀ ਕਰੋ ਜਿਹੜੀ ਅਨਹੋਣੀ ਹੋਈ ਹੋਵੇ, ਹੁਕਮ ਤੋਂ ਬਾਹਰ ਕੋਈ ਗੱਲ ਹੋ ਗਈ ਹੋਵੇ, ਕੁਦਰਤ ਦੇ ਨਿਯਮਾਂ ਤੋਂ ਬਾਹਰ ਕੋਈ ਗੱਲ ਹੋ ਗਈ ਹੋਵੇ, ਉਹ ਤਾਂ ਚਿੰਤਾ ਕਰਨ ਵਾਲੀ ਗੱਲ ਹੈ। ਪਰ ਇਹ ਤੇ ਸੰਸਾਰ ਦਾ ਮਾਰਗ ਹੈ, ਜੋ ਜੰਮਿਆ ਹੈ ਉਹ ਨਿਮਰਨਾ ਹੈ। ਇਹਦੇ ਵਿੱਚ ਚਿੰਤਾ ਵਾਲੀ ਗੱਲ ਤਾਂ ਹੈ ਨਹੀਂ, ਰੋਣ ਵਾਲੀ ਗੱਲ ਤਾਂ ਹੈ ਨਹੀਂ। ਤਾਂ ਇਹਨੂੰ ਅਸੀਂ ਇਸ ਤਰ੍ਹਾਂ ਵਿਸਥਾਰ ਦੇ ਨਾਲ ਲਵਾਂਗੇ।
ਰੋਵਨ ਹਾਰੇ ਕੀ ਕਵਨ ਟੇਕ। ਤੇ ਪ੍ਰੋਫੈਸਰ ਸਾਹਿਬ ਸਿੰਘ ਦੀ ਅਰਥ ਕਰ ਰਹੇ ਨੇ, ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਈ ਜਾਂਦਾ ਕਿ ਕੁਛ ਮਰ ਗਿਆ। ਰੋਣ ਵਾਲਾ ਭੁਲੇਖੇ ਦੇ ਕਾਰਨ ਰੋਈ ਜਾ ਰਿਹਾ। ਕੌਣ ਮੂਆ ਰੇ ਕੌਣ ਮੂਆ। ਹੁਣ ਇੱਕ ਸਵਾਲ ਕਰ ਰਹੇ ਨੇ ਕਿ ਕੌਣ ਮਰ ਗਿਆ ਹੈ, ਕੌਣ ਮੋਇਆ ਹੈ, ਕੌਣ ਮੋਇਆ ਹੈ। ਇਹ ਦੱਸੋ ਤੇ ਸਹੀ ਵੀ ਮੋਇਆ ਕੌਣ ਹੈ। ਤਾਂ ਭਾਈ ਸਾਹਿਬ ਸਿੰਘ ਜੀ ਦਾ ਅਰਥ ਕਰ ਰਹੇ ਨੇ, ਰੇ ਦਾ ਮਤਲਬ ਹੈ ਭਾਈ ਕੌਣ ਮੂਆ। ਅਸਲ ਵਿੱਚ ਕੋਈ ਵੀ ਨਹੀਂ ਮਰਦਾ। ਕੌਣ ਮੂਆ ਰੇ ਕੌਣ ਮੂਆ। ਅਸਲ ਦੇ ਅੰਦਰ ਕੌਣ ਮਰਿਆ, ਮਰਿਆ ਤੇ ਕੋਈ ਵੀ ਨਹੀਂ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ। ਬ੍ਰਹਮ ਗਿਆਨੀ ਦਾ ਮਤਲਬ ਰੱਬ ਦੇ ਨਾਲ ਜੋ ਡੂੰਘੀ ਸਾਂਝ ਪਾਉਣ ਵਾਲੇ ਨੇ, ਸਚਿਆਰ ਪੁਰਸ਼ ਜੋ ਨੇ। ਜਿਵੇਂ ਮੈਂ ਆਪ ਜੀ ਦੇ ਨਾਲ ਬੇਨਤੀ ਕੀਤੀ ਸੀ ਨਾ, ਗੁਰੂ ਨਾਨਕ ਦੇਵ ਜੀ ਨੇ ਸ਼ਬਦ ਵਰਤਿਆ ਹੈ ਸਚਿਆਰ। ਕਿਵ ਸਚਿਆਰਾ ਹੋਈ ਹੈ ਕਿ ਅਸੀਂ ਸਚਿਆਰ ਕਿਵੇਂ ਬਣਨਾ ਹੈ, ਰੱਬ ਵਰਗੇ ਕਿਵੇਂ ਹੋਣਾ ਹੈ, ਕਿਉਂਕਿ ਰੱਬ ਨੂੰ ਹੀ ਸਚਿਆਰ ਕਿਹਾ ਨਾ ਬਾਣੀ ਚ। ਗੁਰੂ ਜੀ ਦਾ ਪਾਵਨ ਬਚਨ, ਤੂੰ ਕਰਤਾ ਸਚਿਆਰ ਮਹਿੰਦਾ ਸਾਈਂ। ਅਸੀਂ ਰੱਬ ਵਰਗੇ ਕਿਵੇਂ ਬਣੀਏ। ਤਾਂ ਸਚਿਆਰ ਸ਼ਬਦ ਗੁਰੂ ਨਾਨਕ ਦੇਵ ਜੀ ਵਰਤ ਰਹੇ ਨੇ। ਜਿਸ ਨੂੰ ਸਚਿਆਰ ਸ਼ਬਦ ਕਿਹਾ ਹੈ, ਉਹਨੂੰ ਹੀ ਅੱਗੇ ਜਾ ਕੇ ਆਸ਼ਿਕ ਸ਼ਬਦ ਕਿਹਾ ਹੈ। ਗੁਰੂ ਅੰਗਦ ਦੇਵ ਜੀ ਆਸ਼ਿਕ ਕਹਿ ਰਹੇ ਨੇ। ਸਚਿਆਰ ਨੂੰ ਹੀ ਗੁਰਬਾਣੀ ਵਿੱਚ ਗੁਰਮੁਖ ਕਿਹਾ ਹੈ। ਗੁਰੂ ਅਮਰਦਾਸ ਜੀ ਗੁਰਮੁਖ ਸ਼ਬਦ ਵਰਤਦੇ ਨੇ। ਸਚਿਆਰ ਸ਼ਬਦ ਵਾਸਤੇ ਹੀ ਗੁਰੂ ਰਾਮਦਾਸ ਜੀ ਸਿੱਖ ਸਿੱਖੜਾ ਜਾਂ ਗੁਰਸਿੱਖੜਾ ਸ਼ਬਦ ਵਰਤਦੇ ਨੇ। ਤੇ ਸਚਿਆਰ ਸ਼ਬਦ ਵਾਸਤੇ ਹੀ ਸੰਤ ਸਾਧ ਜਾਂ ਬ੍ਰਹਮ ਗਿਆਨੀ ਸ਼ਬਦ ਵਰਤਿਆ ਗਿਆ ਹੈ। ਸਚਿਆਰ ਸ਼ਬਦ ਵਾਸਤੇ ਹੀ ਜਨ ਸ਼ਬਦ ਵਰਤਿਆ ਗਿਆ ਹੈ। ਗੁਰੂ ਤੇਗ ਬਹਾਦਰ ਜੀ ਜਨ ਸ਼ਬਦ ਵਰਤਦੇ ਨੇ। ਸਚਿਆਰ ਸ਼ਬਦ ਵਾਸਤੇ ਹੀ ਭਗਤ ਕਬੀਰ ਜੀ ਖਾਲਸਾ ਸ਼ਬਦ ਵਰਤ ਰਹੇ ਨੇ, ਕਹੋ ਕਬੀਰ ਜਨ ਭੈ ਖਾਲਸੇ। ਤੇ ਉਸ ਸਚਿਆਰ ਵਾਸਤੇ ਹੀ ਗੁਰੂ ਗੋਬਿੰਦ ਸਿੰਘ ਜੀ ਵੀ ਖਾਲਸਾ ਸ਼ਬਦ ਵਰਤ ਰਹੇ ਨੇ। ਤਾਂ ਇੱਥੇ ਬ੍ਰਹਮ ਗਿਆਨੀ ਦਾ ਮਤਲਬ ਜੋ ਸਚਿਆਰ ਨੇ, ਜੋ ਰੱਬੀ ਰਜਾ ਵਿੱਚ ਤੁਰਨ ਵਾਲੇ ਨੇ, ਜੋ ਪ੍ਰਭੂ ਦੇ ਨਾਲ ਸਾਂਝ ਪਾਉਣ ਵਾਲੇ ਨੇ। ਮਿਲ ਕਰੋ ਵਿਚਾਰਾ, ਕਿ ਕੋਈ ਗੁਰਮੁਖ ਜਨ ਪ੍ਰਭੂ ਨਾਲ ਡੂੰਘੀ ਸਾਂਝ ਪਾਉਣ ਵਾਲਾ ਹੈ ਤਾਂ ਉਹਦੇ ਨਾਲ ਮਿਲ ਕੇ ਬੇਸ਼ੱਕ ਵਿਚਾਰ ਕਰਕੇ ਵੇਖ ਲਓ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਕਿ ਜਿਹੜੇ ਸਚਿਆਰ ਲੋਕ ਨੇ, ਜਿਹੜੇ ਇਸ ਚੀਜ਼ ਨੂੰ ਸਮਝਦੇ ਨੇ, ਉਹਨਾਂ ਨਾਲ ਮਿਲ ਕੇ ਕਰਕੇ ਵਿਚਾਰ ਕਰਕੇ ਵੇਖ ਲਓ। ਤੇ ਉਹ ਵੀ ਤੁਹਾਨੂੰ ਇਹ ਗੱਲ ਦੱਸਣਗੇ ਕਿ ਇਹ ਤਾਂ ਚਲਤ ਪਿਆ। ਚਲਤ ਦਾ ਮਤਲਬ ਖੇਲ। ਇਹ ਤਾਂ ਇੱਕ ਖੇਲ ਹੈ ਜੀਵਨ। ਜਿਹੜਾ ਖੇਲ ਸ਼ੁਰੂ ਹੋਇਆ ਉਸ ਖੇਲ ਨੇ ਖਤਮ ਹੋਣਾ ਹੈ। ਇਹ ਤਾਂ ਰੱਬ ਦੀ ਖੇਡ ਹੈ, ਖੇਡ ਖਤਮ ਹੋ ਗਈ। ਇਹ ਤਾਂ ਖੇਲ ਹੈ, ਇਹਦੇ ਵਿੱਚ ਆਉਣਾ ਔਰ ਜਾਣਾ ਇਹ ਤਾਂ ਬਣਿਆ ਰਹਿੰਦਾ ਹੈ। ਕਿਸੇ ਸਚਿਆਰ ਦੇ ਨਾਲ ਮਿਲ ਕੇ ਬੈਠ ਕੇ ਵੀ ਆਪੇ ਵਿਚਾਰ ਕਰ ਲਓ। ਇਹ ਇੱਕ ਖੇਲ ਹੈ। ਅਗਲੀ ਕਿਛ ਖਬਰ ਨਾ ਪਾਈ। ਹੁਣ ਜੋ ਰੋਣ ਵਾਲਾ ਹੈ, ਜਿਹੜਾ ਰੋਣ ਵਾਲਾ ਹੈ, ਅਗਲੀ ਕਿਛ ਖਬਰ ਨਾ ਪਾਈ। ਅਗਲੀ ਦਾ ਮਤਲਬ ਭਵਿੱਖ, ਆਉਣ ਵਾਲਾ ਸਮਾਂ। ਆਉਣ ਵਾਲੇ ਸਮੇਂ ਦੀ ਜੋ ਖਬਰ ਹੈ, ਸਾਰ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ, ਇਹ ਰੋਣ ਵਾਲੇ ਨੇ ਵੀ ਇਸ ਚੀਜ਼ ਦੀ ਖਬਰ ਨਹੀਂ ਪਾਈ। ਉਹਨੂੰ ਵੀ ਨਹੀਂ ਪਤਾ, ਉਹਨੂੰ ਵੀ ਨਹੀਂ ਪਤਾ। ਇਹਦਾ ਅਗਲੀ ਪੰਕਤੀ ਨਾਲ ਮਿਲਾ ਕੇ ਅਰਥ ਕਰੋਗੇ ਬੜਾ ਸੋਹਣਾ ਸਮਝ ਆ ਜਾਏਗਾ। ਅਗਲੀ ਕਿਛ ਖਬਰ ਨਾ ਪਾਈ। ਅਗਲੀ ਦਾ ਮਤਲਬ ਭਵਿੱਖ ਵਿੱਚ। ਹੁਣ ਇੱਕ ਮਰ ਗਿਆ, ਉਹਨੂੰ ਰੋ ਰਹੇ ਨੇ ਲੋਕ, ਤੇ ਜਿਹੜੇ ਰੋ ਰਹੇ ਨੇ ਉਹਨਾਂ ਨੂੰ ਭਵਿੱਖ ਦਾ ਨਹੀਂ ਪਤਾ। ਭਵਿੱਖ ਵਿੱਚ ਕੀ ਹੋਣਾ ਹੈ। ਰੋਵਨ ਹਾਰ ਪੇ ਊਠ ਸਿਧਾਈ। ਜਿਹੜੇ ਰੋਣ ਵਾਲੇ ਨੇ ਉਹ ਵੀ ਉੱਠ ਕੇ ਇੱਥੋਂ ਤੁਰ ਪੈਂਦੇ ਨੇ। ਕੀ ਰੋਣ ਵਾਲਿਆਂ ਨੂੰ ਪਤਾ ਇਸ ਗੱਲ ਦਾ ਵੀ ਅਸੀਂ ਵੀ ਮਰ ਜਾਣਾ ਹੈ। ਉਹਨਾਂ ਨੂੰ ਇਸ ਗੱਲ ਦਾ ਨਹੀਂ ਨਾ ਪਤਾ ਵੀ ਰੋਣ ਵਾਲਿਆਂ ਨੇ ਵੀ ਇੱਥੇ ਨਹੀਂ ਰਹਿਣਾ, ਇੱਥੇ ਕਿਸੇ ਨੇ ਵੀ ਨਹੀਂ ਰਹਿਣਾ। ਅਗਲੀ ਕਿਛ ਖਬਰ ਨਾ ਪਾਈ, ਰੋਵਨ ਹਾਰ ਪੇ ਊਠ ਸਿਧਾਈ। ਅਗਲੀ ਜੋ ਭਵਿੱਖ ਵਾਲੀ ਗੱਲ ਹੈ, ਜੋ ਇੱਕ ਅਟਲ ਸਚਾਈ ਹੈ, ਉਹਨੂੰ ਕਿਸੇ ਨੇ ਸਮਝਿਆ ਨਹੀਂ। ਸਗੋਂ ਜਿਹੜੇ ਰੋਣ ਵਾਲੇ ਨੇ ਉਹ ਵੀ ਆਥੋਂ ਇੱਕ ਦਿਨ ਕੂਚ ਕਰ ਜਾਂਦੇ ਨੇ, ਉਹਨਾਂ ਨੇ ਵੀ ਚਲੇ ਜਾਣਾ ਹੁੰਦਾ ਹੈ। ਤਾਂ ਇਹ ਇੱਕ ਮਰਨਾ ਇੱਕ ਸਚਾਈ ਹੈ, ਜੋ ਸਰੀਰ ਦਾ ਅੰਤ ਹੈ। ਭਰਮ ਮੋਹ ਕੇ ਬਾਂਧੇ ਬੰਧ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਰਮ ਅਤੇ ਮੋਹ ਦੇ ਬੰਧਨ ਦੇ ਅੰਦਰ ਲੋਕ ਬੱਝੇ ਹੋਏ ਨੇ। ਅਸੀਂ ਤੁਸੀਂ ਭਰਮ ਔਰ ਮੋਹ ਦੇ ਬੰਧਨ ਵਿੱਚ ਬੱਧੇ ਆ। ਦੋ ਬੰਧਨ ਨੇ, ਇੱਕ ਭਰਮ ਔਰ ਇੱਕ ਬੰਧਨ। ਭਰਮ ਤੇ ਇਹ ਹੈ ਜਿਹਨੂੰ ਅਸੀਂ ਮੌਤ ਸਮਝਦੇ ਹਾਂ ਕਿ ਇਹ ਮੌਤ ਹੈ। ਅਸਲ ਦੇ ਅੰਦਰ ਮੌਤ ਨਾਮ ਦੀ ਚੀਜ਼ ਇਸ ਦੁਨੀਆ ਦੇ ਵਿੱਚ ਕੁਛ ਨਹੀਂ ਹੈ। ਇੱਥੇ ਕੁਛ ਵੀ ਖਤਮ ਨਹੀਂ ਹੁੰਦਾ। ਇਹ ਭੁਲੇਖਾ ਹੈ। ਪਹਿਲਾ ਭਰਮ ਇਹ ਹੈ। ਦੂਜਾ ਭਰਮ ਇਹ ਹੈ ਕਿ ਅਸੀਂ ਰੱਬ ਦੇ ਨਾਲੋਂ ਵੱਖਰੇ ਹਾਂ। ਰੱਬ ਦੇ ਨਾਲੋਂ ਵੱਖਰਾ ਇਸ ਦੁਨੀਆ ਵਿੱਚ ਕੁਛ ਨਹੀਂ। ਇੱਕ ਹੀ ਪਸਰਿਆ ਹੋਇਆ ਹੈ, ਇੱਕ ਓੰਕਾਰ ਇੱਕ ਹੀ ਪਸਰਿਆ ਹੋਇਆ ਹੈ। ਪਹਿਲਾ ਤਾਂ ਭਰਮ ਬੰਦਾ
ਕਿ ਜੋ ਸਚਾਈ ਹੈ ਬੰਦਾ ਉਹਨੂੰ ਨਹੀਂ ਸਮਝ ਰਿਹਾ। ਸਚਾਈ ਨੂੰ ਨਾ ਸਮਝਣਾ ਹੀ ਭਰਮ ਹੁੰਦਾ ਹੈ। ਭਰਮ ਦੇ ਅੰਦਰ ਕੋਈ ਚੀਜ਼ ਹੁੰਦੀ ਵੱਖਰੀ ਹੈ, ਦਿਸਦੀ ਵੱਖਰੀ ਹੈ। ਜਿਵੇਂ ਰਾਤ ਨੂੰ ਰੱਸੀ ਪਈ ਹੋਵੇ ਤਾਂ ਉਹ ਸੱਪ ਦਾ ਭਰਲੇਖਾ ਪੈ ਜਾਂਦਾ ਨਾ, ਭੁਲੇਖਾ ਪੈ ਜਾਂਦਾ ਸੱਪ ਹੈ। ਬੰਦਾ ਡਰਦਾ ਹੈ, ਸੱਪ ਦਿਸ ਰਿਹਾ ਹੈ, ਬੰਦਾ ਡਰ ਵੀ ਰਿਹਾ ਹੈ, ਪਰ ਵਾਸਤਵਿਕਤਾ ਇਹ ਨਹੀਂ ਹੈ। ਵਾਸਤਵ ਦੇ ਅੰਦਰ ਉਹ ਰੱਸੀ ਹੈ, ਅਸਲੀਅਤ ਉਹਦੀ ਕੁਝ ਹੋਰ ਹੈ, ਦਿਸ ਕੁਝ ਹੋਰ ਰਿਹਾ ਹੈ। ਜਿਵੇਂ ਰੇਗਿਸਤਾਨ ਦੇ ਅੰਦਰ ਪਾਣੀ ਚਮਕਦਾ ਹੋਇਆ ਸਰੋਵਰ ਨਜ਼ਰ ਹੀ ਪੈਂਦਾ ਪਰ ਹੁੰਦਾ ਨਹੀਂ, ਦਿਸ ਰਿਹਾ ਹੈ। ਇਸੇ ਤਰ੍ਹਾਂ ਸਾਨੂੰ ਵੀ ਇੱਕ ਭੁਲੇਖਾ ਹੈ ਕਿ ਅਸੀਂ ਜਾਂ ਇਹ ਦੁਨੀਆ ਰੱਬ ਤੋਂ ਵੱਖਰੀ ਹੈ। ਵੱਖਰਾ ਕੁਛ ਨਹੀਂ, ਇੱਕ ਹੀ ਪਸਰਿਆ ਹੋਇਆ ਹੈ, ਇੱਕ ਹੀ ਅਨੇਕ ਹੋਇਆ ਹੈ। ਦੂਜਾ ਭਰਮ ਕਿ ਕੁਛ ਮਰ ਜਾਂਦਾ ਹੈ, ਉਹ ਇੱਕ ਭਰਮ ਹੈ। ਮਰਦਾ ਕੁਛ ਨਹੀਂ, ਪੰਜਾਂ ਤੱਤਾਂ ਤੋਂ ਉਪਜ ਇਹਨਾਂ ਤੱਤਾਂ ਦੇ ਵਿੱਚ ਹੀ ਸਮਾ ਜਾਂਦਾ ਹੈ। ਦੂਜਾ ਹੈ ਮੋਹ। ਬੰਦਾ ਇੱਕ ਤਾਂ ਭਰਮ ਦੇ ਕਾਰਨ ਰੋ ਰਿਹਾ ਹੈ ਤੇ ਦੂਜਾ ਮੋਹ ਦੇ ਕਾਰਨ ਰੋ ਰਿਹਾ ਹੈ। ਬੰਦਾ ਮਰਨ ਵਾਲੇ ਨੂੰ ਨਹੀਂ ਰੋ ਰਿਹਾ। ਦੇਖੋ, ਇੱਕ ਹੀ ਬੰਦਾ ਹੁੰਦਾ ਹੈ ਨਾ, ਜੇ ਜਵਾਨ ਉਮਰ ਦੇ ਵਿੱਚ ਮਰੇ ਤਾਂ ਲੋਕ ਕਿੰਨਾ ਰੋਂਦੇ ਨੇ। ਨਿੱਕੇ ਨਿੱਕੇ ਬੱਚੇ ਕਿੰਨਾ ਰੋਂਦੇ ਨੇ ਆਪਣੇ ਮਾਪਿਆਂ ਨੂੰ। ਨਿੱਕੇ 5-7-10 ਸਾਲ ਦੇ ਬੱਚੇ ਦਾ ਪਿਓ ਮਰ ਜਾਏ, ਮਾਂ ਮਰ ਜਾਏ, ਕਿੰਨਾ ਦੁੱਖ ਹੁੰਦਾ ਨਾ, ਲੋਕ ਰੋਂਦੇ ਨੇ। ਤੇ ਜਿਨ੍ਹਾਂ ਦਾ ਪਿਓ 80-90 ਸਾਲ ਦਾ ਹੋ ਕੇ ਮਰਦਾ ਹੈ, ਉਹਨਾਂ ਨੂੰ ਉਵੇਂ ਰੋਂਦਿਆਂ ਵੇਖਿਆ, ਉਦੋਂ ਨਹੀਂ ਰੋਂਦੇ। ਪਿਓ ਤੇ ਫਿਰ ਵੀ ਪਿਓ ਹੀ ਹੈ। ਤੇ ਜੇ ਕੋਈ ਬਜ਼ੁਰਗ ਜ਼ਿਆਦਾ ਬਿਮਾਰ ਹੋ ਕੇ ਮੰਜੇ ਤੇ ਪੈ ਜਾਏ, ਤੇ ਮੈਂ ਬੱਚੇ ਅਰਦਾਸ ਕਰਾਉਂਦੇ ਵੇਖੇ ਨੇ ਵੀ ਗਿਆਨੀ ਜੀ ਅਰਦਾਸ ਕਰੋ ਬਾਬਾ ਜੀ, ਭਾਈ ਜੀ, ਕਿ ਸਾਡੇ ਬਜ਼ੁਰਗ ਨੂੰ ਰੱਬ ਆਪਣੇ ਚਰਨਾਂ 'ਚ ਬੁਲਾ ਲੈ। ਮਤਲਬ ਕਿ ਮਰ ਜਾਏ, ਇਹ ਚਲਾ ਜਾਏ, ਪਿਓ ਤੇ ਫਿਰ ਵੀ ਉਹੀ ਹੈ। ਬੰਦਾ ਜਵਾਨ ਉਮਰ ਵਿੱਚ ਮਰਿਆ, ਉਹਨੂੰ ਬਹੁਤ ਜ਼ਿਆਦਾ ਰੋਇਆ ਜਾ ਰਿਹਾ ਹੈ। ਤੇ ਇੱਕ ਬਜ਼ੁਰਗ, ਉਹੀ ਬੰਦਾ ਬਜ਼ੁਰਗ ਹੋ ਕੇ ਮਰੇ ਤੇ ਨਹੀਂ, ਜਵਾਨੀ ਵਿੱਚ ਕਿਉਂ ਰੋਇਆ ਜਾ ਰਿਹਾ? ਕਿਉਂਕਿ ਸਾਨੂੰ ਬਹੁਤ ਸਾਰੀਆਂ ਉਹਦੀਆਂ ਘਾਟਾਂ ਪੈਣੀਆਂ। ਜਿਹੜਾ ਉਹ ਕਮਾਈ ਕਰਕੇ ਖਵਾਉਂਦਾ ਸੀ ਬੱਚਿਆਂ ਨੂੰ, ਉਹ ਪ੍ਰੋਬਲਮ ਆਉਣੀ ਹੈ। ਉਹਦੇ ਕਰਕੇ ਜਿਹੜਾ ਆਸਰਾ ਪਤਨੀ ਨੂੰ ਸੀ, ਪ੍ਰੋਬਲਮ ਆਉਣੀ ਹੈ। ਉਹਦੀ ਮਾਪਿਆਂ ਨੂੰ ਜੋ ਉਹਦਾ ਆਸਰਾ ਸੀ, ਉਹ ਪ੍ਰੋਬਲਮ ਆਉਣੀ ਹੈ। ਉਸ ਪ੍ਰੋਬਲਮ ਕਰਕੇ ਰੋਇਆ ਜਾ ਰਿਹਾ ਹੈ। ਮੋਹ, ਸਵਾਰਥ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਦੁਨੀਆ ਦੇ ਅੰਦਰ ਇੱਥੇ ਕੋਈ ਗੱਲ ਸਵਾਰਥ ਦੀ। ਜਿਹੜੇ ਆਮ ਲੋਕ ਨੇ ਉਹ ਸਵਾਰਥ ਦੇ ਅੰਦਰ ਬੱਝੇ ਹੋਏ ਨੇ, ਔਰ ਜਿਹੜੇ ਸਵਾਰਥ ਦੇ ਬੰਧਨ ਨੇ ਬਹੁਤ ਖਤਰਨਾਕ ਨੇ। ਆਪਾਂ ਇਹ ਪਹਿਲਾਂ ਕਈ ਵਾਰ ਵਿਚਾਰ ਚੁੱਕੇ ਹਾਂ ਕਿ ਜਦੋਂ ਬੰਦਾ ਸਵਾਰਥ ਦੇ ਵਿੱਚ ਫਸ ਜਾਂਦਾ, ਉਹਦੇ ਚੋਂ ਇਨਸਾਨੀਅਤ ਮੁੱਕ ਜਾਂਦੀ ਹੈ। ਸਵਾਰਥੀ ਮਨੁੱਖ ਕਿਸੇ ਦੀ ਬਰਬਾਦੀ ਚੋਂ ਆਪਣੀ ਆਬਾਦੀ ਪਾਲਦਾ ਹੈ, ਕਿਸੇ ਦੀ ਮੌਤ ਚੋਂ ਆਪਣੀ ਜ਼ਿੰਦਗੀ ਲੱਭਦਾ ਹੈ, ਕਿਸੇ ਨੂੰ ਦੁੱਖਾਂ ਵਿੱਚ ਧਕੇਲ ਕੇ ਆਪ ਸੁਖੀ ਸ਼ਾਂਤ ਹੋਣਾ ਚਾਹੁੰਦਾ ਹੈ। ਇਹ ਭਰਮ ਔਰ ਮੋਹ ਦੇ ਬੰਧਨ ਮਨੁੱਖੀ ਜ਼ਿੰਦਗੀ ਦੇ ਅੰਦਰ ਪਏ ਹੋਏ ਨੇ। ਸੁਪਨ ਭਇਆ ਪਖਲਾਏ ਅੰਧ। ਅੰਧ ਦਾ ਮਤਲਬ ਅੰਨਾ, ਅਗਿਆਨੀ, ਬੇਸਮਝ। ਪਖਲਾਏ ਦਾ ਮਤਲਬ ਬਰੜਾਂਦਾ ਹੈ। ਜਿਵੇਂ ਸੁਪਨੇ ਦੇ ਵਿੱਚ ਕਈ ਲੋਕ ਬਰੜਾਂਦੇ ਨਹੀਂ, ਸੁਪਨੇ ਦੇ ਵਿੱਚ ਬੋਲਦੇ ਨੇ, ਉਹਨੂੰ ਕਹਿੰਦੇ ਨੇ ਪਖਲਾਣਾ ਜਾਂ ਬਰੜਾਣਾ। ਤਾਂ ਗੁਰੂ ਜੀ ਕਹਿੰਦੇ ਨੇ ਸੁਪਨਾ ਹੈ ਇਹ ਜੀਵਨ, ਇਹ ਸੁਪਨੇ ਨੇ ਆਖਰ ਬੀਤ ਜਾਣਾ ਹੈ। ਲੇਕਿਨ ਇਹ ਸੁਪਨੇ ਦੇ ਖਤਮ ਹੋਣ ਵਿੱਚ ਮਾਇਆ ਦੇ ਮੋਹ ਦੇ ਅੰਦਰ ਫਸਿਆ ਇਨਸਾਨ ਵਿਅਰਥ ਹੀ ਬਰੜਾ ਰਿਹਾ ਹੈ, ਰੋ ਰਿਹਾ ਹੈ, ਦੁਖੀ ਹੋ ਰਿਹਾ ਹੈ। ਸੁਪਨਾ ਹੈ, ਸੁਪਨੇ ਨੇ ਮੁੱਕ ਜਾਣਾ ਹੈ। ਜਿਵੇਂ ਸੁਪਨਾ ਮੁੱਕਦਾ ਹੈ ਨਾ, ਤੇ ਸੁਪਨੇ ਦੇ ਪਦਾਰਥ ਅਸਲੀ ਨਹੀਂ ਹੁੰਦੇ। ਮਿਸਾਲ ਵਜੋਂ, ਰਾਤ ਨੂੰ ਤੁਹਾਨੂੰ ਸੁਪਨਾ ਆਇਆ ਤੇ ਤੁਸੀਂ ਇੰਡੀਆ ਦੇ ਪ੍ਰਧਾਨ ਮੰਤਰੀ ਬਣ ਗਏ। ਸਾਰੇ ਦੇਸ਼ ਵਿੱਚ ਹੁਣ ਤੁਹਾਡਾ ਹੁਕਮ ਚੱਲ ਰਿਹਾ ਹੈ ਤੇ ਤੁਸੀਂ ਸਵੇਰੇ ਜਾਗੋ ਤੇ ਆਪਣੇ ਮੰਜੇ ਤੇ ਪਏ ਹੋ, ਤੇ ਹੁਣ ਤੁਸੀਂ ਸਵੇਰੇ ਉੱਠ ਕੇ ਦਿੱਲੀ ਨੂੰ ਚਾਲੇ ਪਾ ਦਿਓ ਕਿ ਜਾ ਕੇ ਮੈਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਹਿਣਾ, ਤਾਂ ਕੀ ਬਣੇਗਾ ਤੁਹਾਡਾ? ਅਸਲ ਦੇ ਅੰਦਰ ਉਹ ਸੁਪਨਾ ਸੀ, ਖਤਮ ਹੋ ਗਿਆ। ਜੋ ਕੁਝ ਸੁਪਨੇ ਦੇ ਵਿੱਚ ਦਿਸਿਆ ਉਹ ਅਸਲੀਅਤ ਨਹੀਂ ਸੀ। ਇਸੇ ਤਰ੍ਹਾਂ ਇਹ ਜ਼ਿੰਦਗੀ ਦੇ ਅੰਦਰ ਜੋ ਵਿਸ਼ੇ ਵਿਕਾਰ, ਪਾਪ ਅਪਰਾਧ ਕਮਾ ਕੇ ਅਸੀਂ ਸੁਖ ਸ਼ਾਂਤ ਰਹਿਣਾ ਚਾਹੁੰਦੇ ਹਾਂ, ਇਹ ਅਸਲੀਅਤ ਨਹੀਂ ਹੈ, ਇਹ ਉਹ ਸੁਪਨੇ ਦੀ ਤਰ੍ਹਾਂ ਹੈ। ਇਸੇ ਤਰ੍ਹਾਂ ਜੋ ਇਹ ਸਰੀਰ ਨੂੰ ਅਸੀਂ ਸदैव ਮੰਨ ਰਹੇ ਹਾਂ, ਸदैव ਨਹੀਂ ਹੈ, ਸੁਪਨੇ ਦੀ ਤਰ੍ਹਾਂ ਹੈ। ਅਸਲੀਅਤ ਇਹਦੀ ਕੁਝ ਹੋਰ ਹੈ। ਅਸਲੀਅਤ ਇਹ ਕਿ ਪੰਜਾਂ ਤੱਤਾਂ ਚੋਂ ਉਪਜਦਾ ਤੇ ਪੰਜਾਂ ਤੱਤਾਂ ਵਿੱਚ ਹੀ ਸਮਾ ਜਾਂਦਾ ਹੈ। ਇਹ ਤੋਂ ਰਚਨ ਰਚਿਆ ਕਰਤਾਰ ਕਿ ਇਹ ਭਾਈ ਸੰਸਾਰ ਨੇ ਇਹ ਖੇਡ ਬਣਾਈ ਹੋਈ ਹੈ, ਆਉਣਾ ਔਰ ਜਾਣਾ, ਜਨਮ ਔਰ ਮੌਤ। ਜੇ ਕੱਲਾ ਜਨਮ ਹੋਵੇ ਤਾਂ ਜ਼ਿੰਦਗੀ ਚੱਲ ਨਹੀਂ ਸਕਦੀ, ਕੋਈ ਮਰੇ ਨਾ। ਕਿ ਰੋਜ਼ ਜੀਵ ਜਨਮ ਲਈ ਜਾਣ ਤਾਂ ਇੱਥੇ ਸਾਹ ਲੈਣ ਲਈ ਜਗ੍ਹਾ ਨਹੀਂ ਬਚਣੀ, ਕੁਰਬਲ ਕੁਰਬਲ ਹੋ ਜਾਏਗੀ। ਤੇ ਜੇ ਕੋਈ ਨਵਾਂ ਜਨਮ ਨਾ ਹੋਵੇ ਤੇ ਪੁਰਾਣੇ ਮਰਦੇ ਜਾਣ ਤਾਂ ਸ੍ਰਿਸ਼ਟੀ ਖਤਮ ਹੋ ਜਾਏਗੀ।
ਇਸ ਲਈ ਮੌਤ ਔਰ ਜਨਮ ਇਹ ਸੰਸਾਰ ਦਾ ਇੱਕ ਨਿਯਮ ਹੈ, ਇਹ ਸੰਸਾਰ ਦੀ ਇੱਕ ਰਚਨਾ ਹੈ, ਖੇਲ ਕਰਤਾਰ ਨੇ ਰਚਿਆ ਹੈ। ਆਵਤ ਜਾਵਤ ਹੁਕਮ ਅਪਾਰ, ਹੁਕਮ ਦਾ ਮਤਲਬ ਹੁਕਮ ਵਿੱਚ, ਅਪਾਰ ਹੁਕਮ ਦਾ ਮਤਲਬ ਕਦੇ ਖਤਮ ਨਾ ਹੋਣ ਵਾਲਾ ਹੁਕਮ। ਅਪਾਰ ਹੁਕਮ ਦਾ ਮਤਲਬ ਜਿਸ ਹੁਕਮ ਨੇ ਕਦੇ ਖਤਮ ਨਹੀਂ ਹੋਣਾ। ਇਹ ਸਿਸਟਮ ਜਿਹੜਾ ਹੈ, ਲਾ ਆਫ ਨੇਚਰ ਹੈ, ਜੋ ਰੱਬੀ ਨਿਯਮ ਨੇ, ਇਹ ਨਿਯਮਾਵਲੀ ਨੇ ਕਦੇ ਵੀ ਖਤਮ ਨਹੀਂ ਹੋਣਾ। ਨਿਯਮਾਵਲੀ ਦੇ ਅੰਦਰ ਹੀ ਜਗਤ ਉਪਜਦਾ ਔਰ ਵਿੰਸਦਾ ਰਹਿੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕਰਤਾਰ ਦੇ ਕਦੇ ਨਾਸ ਨਾ ਹੋਣ ਵਾਲੇ ਹੁਕਮ ਵਿੱਚ ਸੰਸਾਰ ਵਿੱਚ ਜੀਵ ਜਨਮ ਵੀ ਲੈਂਦੇ ਨੇ ਤੇ ਉਹਨਾਂ ਦੀ ਮੌਤ ਵੀ ਹੁੰਦੀ ਹੈ। ਆਵਤ ਦਾ ਮਤਲਬ ਜਨਮ, ਜਾਵਤ ਦਾ ਮਤਲਬ ਮੌਤ, ਹੁਕਮ ਅਪਾਰ ਦਾ ਮਤਲਬ ਪ੍ਰਭੂ ਦਾ ਜੋ ਅਵਿਨਾਸ਼ੀ ਹੁਕਮ ਹੈ, ਸਿਸਟਮ ਹੈ, ਉਸ ਸਿਸਟਮ ਦੇ ਅੰਦਰ ਜਨਮ ਵੀ ਹੈ ਔਰ ਸਿਸਟਮ ਦੇ ਅੰਦਰ ਮੌਤ ਵੀ ਹੈ। ਵੈਸੇ ਸਚਾਈ ਕੀ ਹੈ? ਗੁਰੂ ਜੀ ਕਹਿੰਦੇ ਨੇ ਨਹਿ ਕੋ ਮੂਆ ਨਾ ਮਰਨੇ ਜੋਗ। ਉਂਝ ਕੋਈ ਕਦੇ ਮਰਦਾ ਨਹੀਂ, ਕਿਉਂਕਿ ਮਰਨ ਜੋਗਾ ਹੈ ਹੀ ਨਹੀਂ, ਮਾਰ ਹੀ ਨਹੀਂ ਸਕਦਾ। ਨਹਿ ਬਿਨਸੈ ਅਬਿਨਾਸ਼ੀ ਹੋਗ, ਇਹ ਕਦੇ ਵੀ ਨਹੀਂ ਬਿਨਸਦਾ, ਇਹ ਸਦਾ ਹੀ ਅਬਿਨਾਸ਼ੀ ਰਹਿਣ ਵਾਲਾ ਹੈ। ਨਹਿ ਬਿਨਸੈ ਅਬਿਨਾਸ਼ੀ ਹੋਗ, ਇਹ ਚੀਜ਼ ਨੂੰ ਫਿਰ ਸਮਝ ਲੈਣਾ ਥੋੜਾ ਜਿਹਾ। ਜਿਵੇਂ ਸਾਡਾ 5 ਤੱਤਾਂ ਤੋਂ ਸਰੀਰ ਬਣਿਆ, ਹੁਣ ਜਿਸ ਦਿਨ ਜੇ ਮੈਂ ਆਪਣੇ ਸਰੀਰ ਦੀ ਗੱਲ ਕਰਾਂ ਨਾਮ ਆਪਣਾ ਲੈ ਕੇ ਤਾਂ ਜਲਦੀ ਸਮਝ ਆ ਜਾਏਗੀ। ਜਿਵੇਂ ਹੁਣ ਮੇਰਾ ਸਰੀਰ ਜਿਸ ਦਿਨ ਮਰੇਗਾ, ਸਵਾਸ ਆਉਣੇ ਬੰਦ ਹੋਣਗੇ, ਤਾਂ ਜੋ ਮੇਰੇ ਸਰੀਰ ਨੂੰ ਜਲਾਇਆ ਜਾਏਗਾ, ਤਾਂ ਇਹ ਸਰੀਰ ਅੰਦਰਲੀ ਹਵਾ ਹਵਾ ਵਿੱਚ ਮਿਲ ਜਾਏਗੀ, ਅੱਗ ਅੱਗ ਵਿੱਚ ਮਿਲ ਜਾਏਗੀ, ਆਕਾਸ਼ ਆਕਾਸ਼ ਵਿੱਚ ਮਿਲ ਜਾਏਗਾ। ਤੇ ਜਿਹੜੇ ਆ ਕੈਲਸ਼ੀਅਮ, ਸਲਫੇਟ, ਫਾਸਫੋਰਸ ਆਦਿਕ ਜਾਂ ਲੋਹਾ ਆਦਿਕ ਮਿੱਟੀ ਦੇ ਕਣ ਨੇ, ਤੱਤ ਨੇ, ਇਹ ਜਲ ਕੇ ਰਾਖ ਬਣ ਕੇ ਮਿੱਟੀ ਵਿੱਚ ਮਿਲ ਜਾਣਗੇ ਤੇ ਆਕਾਸ਼ ਆਕਾਸ਼ ਵਿੱਚ ਮਿਲ ਜਾਏਗਾ। ਖਤਮ ਤਾਂ ਕੁਝ ਵੀ ਨਹੀਂ ਹੋਣਾ, ਇਹ ਤੱਤਾਂ ਵਿੱਚ ਮਿਲ ਗਏ। ਜੋ ਮੇਰੇ ਸਰੀਰ ਚੋਂ 70% ਪਾਣੀ ਵਾਸ਼ਪ ਬਣ ਕੇ ਆਕਾਸ਼ ਵਿੱਚ ਉੱਡੇਗਾ, ਉਹਨੂੰ ਫਿਰ ਠੰਡਕ ਮਿਲੇਗੀ, ਉਹ ਫਿਰ ਓਸ ਬਣ ਕੇ ਥੱਲੇ ਬਰਸੇਗਾ, ਉਹ ਘਾਸ ਨੂੰ, ਵਨਸਪਤੀ ਨੂੰ ਜ਼ਿੰਦਗੀ ਦੇ ਰਿਹਾ ਹੋਵੇਗਾ। ਮਿੱਟੀ ਕਿਤੇ ਹੋਰ ਜੀਵਨ ਦੇ ਰਹੀ ਹੋਵੇਗੀ। ਜੋ ਹਵਾ ਵਿੱਚ ਹਵਾ ਮਿਲੀ, ਉਹਦੇ ਵਿੱਚੋਂ ਆ ਰੁੱਖ ਦਰਖਤ ਸਵਾਸ ਲੈ ਕੇ ਉਹਨੂੰ ਆਕਸੀਜਨ ਵਿੱਚ ਬਦਲ ਰਹੇ ਹੋਣਗੇ, ਆਕਸੀਜਨ ਨੂੰ ਕੋਈ ਹੋਰ ਲੈ ਰਿਹਾ ਹੋਵੇਗਾ। ਇਸ ਤਰ੍ਹਾਂ ਇਹ ਰੀਸਾਈਕਲਿੰਗ ਹੋ ਜਾਏਗਾ, ਕੁਝ ਵੀ ਖਤਮ ਨਹੀਂ ਹੋਏਗਾ। ਤਾਂ ਕਿਤੇ ਜਾ ਕੇ એનર્ਜੀ ਮੈਟੀਰੀਅਲ ਵਿੱਚ ਔਰ ਮੈਟੀਰੀਅਲ એનર્ਜੀ ਦੇ ਅੰਦਰ ਤਬਦੀਲ ਹੋ ਜਾਂਦੀ ਹੈ। ਖਤਮ ਕੁਝ ਨਹੀਂ ਹੁੰਦਾ, ਪਦਾਰਥ ਸਿਰਫ ਆਪਣੇ ਰੂਪ ਬਦਲਦਾ ਹੈ। ਇਹਨੂੰ ਗੁਰੂ ਜੀ ਕਹਿੰਦੇ ਨੇ ਨਹਿ ਕੋ ਮੂਆ ਨਾ ਮਰਨੇ ਜੋਗ, ਨਹਿ ਬਿਨਸੈ ਅਬਿਨਾਸ਼ੀ ਹੋਗ, ਇਹ ਕਦੇ ਖਤਮ ਨਹੀਂ ਹੁੰਦਾ, ਇਹ ਅਬਿਨਾਸ਼ੀ ਹੈ। ਜੋ ਇਹ ਜਾਣੋ ਸੋ ਇਹ ਨਾ ਹੈ। ਗੁਰੂ ਜੀ ਕਹਿੰਦੇ ਨੇ ਜੋ ਤੁਸੀਂ ਇਹਨੂੰ ਸਮਝ ਰਹੇ ਹੋ ਇਹ ਉਹ ਨਹੀਂ ਹੈ, ਇਹ ਮਰਨ ਵਾਲਾ ਨਹੀਂ ਹੈ। ਅਸੀਂ ਸਮਝ ਰਹੇ ਨਾ ਕਿ ਮਰ ਗਿਆ, ਇਹ ਉਹ ਨਹੀਂ ਹੈ ਜੋ ਤੁਸੀਂ ਸਮਝ ਰਹੇ ਹੋ। ਜੋ ਇਹ ਜਾਣੋ ਸੋ ਇਹ ਨਾ ਹੈ, ਜੈਸਾ ਤੁਸੀਂ ਜਾਣ ਰਹੇ ਹੋ, ਸਮਝ ਰਹੇ ਹੋ, ਵੈਸਾ ਨਹੀਂ ਹੈ। ਇਹ ਪੂਰਾ ਸੰਸਾਰ ਵੀ ਵੇਖ ਲਓ, ਜਿਹੋ ਜਿਹਾ ਅਸੀਂ ਸਮਝੀ ਬੈਠੇ ਆ ਨਾ, ਉਹੋ ਜਿਹਾ ਵਾਸਤਵ ਵਿੱਚ ਹੈ ਨਹੀਂ ਹੈ। ਸਾਨੂੰ ਇਹ ਸੰਸਾਰ ਦੁਖਦਾਈ ਪ੍ਰਤੀਤ ਹੁੰਦਾ ਹੈ, ਸਾਨੂੰ ਇਹ ਸੰਸਾਰ ਕੁਝ ਹੋਰ ਨਜ਼ਰੀ ਪੈ ਰਿਹਾ ਹੈ। ਪਰ ਗੁਰੂ ਜੀ ਕਹਿੰਦੇ ਨੇ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਅਸੀਂ ਰੱਬ ਨੂੰ ਵੱਖਰਾ ਵੇਖ ਰਹੇ ਹਾਂ, ਸੰਸਾਰ ਨੂੰ ਵੱਖਰਾ ਵੇਖ ਰਹੇ ਹਾਂ। ਸਾਨੂੰ ਦਿਸ ਰਿਹਾ ਨਾ, ਜੋ ਅਸੀਂ ਸਮਝ ਰਹੇ ਹਾਂ ਉਹ ਨਹੀਂ ਹੈ। ਗੁਰੂ ਜੀ ਕਹਿੰਦੇ ਨੇ ਇੱਕ ਓੰਕਾਰ ਇੱਕ ਹੀ ਪਸਰਿਆ ਹੋਇਆ ਹੈ। ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਆ ਤੁਸੀਂ ਜਾਤਾਂ ਵੇਖ ਰਹੇ ਹੋ ਨਾ ਇੱਕ ਦੂਜੇ ਦੀਆਂ, ਇਹ ਜਾਤਾਂ ਨਹੀਂ ਹਨ, ਇਹ ਤੁਹਾਡਾ ਭੁਲੇਖਾ ਹੈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤਾਂ ਜੋ ਤੁਸੀਂ ਸਮਝ ਰਹੇ ਹੋ ਗੁਰੂ ਜੀ ਕਹਿੰਦੇ ਨੇ ਉਹ ਨਹੀਂ ਹੈ। ਜਾਣਨ ਹਾਰੇ ਕੋ ਬਲ ਜਾਉ, ਜਾਣਨ ਹਾਰੇ ਕੋ ਦਾ ਮਤਲਬ ਜੋ ਇਸ ਅਸਲੀਅਤ ਨੂੰ ਸਮਝਦਾ ਹੈ, ਜਿਨੇ ਇਸ ਅਸਲੀਅਤ ਨੂੰ ਸਮਝ ਲਿਆ ਹੈ ਕਿ ਕੁਝ ਮਰਦਾ ਨਹੀਂ, ਮਰਨ ਜੋਗਾ ਕੁਝ ਨਹੀਂ। ਜਾਣਨ ਹਾਰੇ ਕੋ ਬਲ ਜਾਉ, ਗੁਰੂ ਜੀ ਕਹਿੰਦੇ ਨੇ ਉਸ ਜਾਣਨ ਵਾਲੇ ਤੋਂ ਮੈਂ ਕੁਰਬਾਨ ਜਾਂਦਾ ਹਾਂ, ਵਾਰ ਨੇ ਸਦਕੇ ਜਾਂਦਾ ਹਾਂ। ਕਹੋ ਨਾਨਕ ਗੁਰ ਭਰਮ ਚੁਕਾਇਆ, ਇੱਥੇ ਗੁਰ ਦੇ ਰਾਰੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਗੁਰੂ ਨੇ। ਜੇ ਗੁਰ ਦਾ ਰਾਰਾ ਮੁਕਤਾ ਹੁੰਦਾ ਫਿਰ ਅਰਥ ਹੋਣਾ ਸੀ ਹੇ ਗੁਰੂ। ਇੱਥੇ ਗੁਰ ਦੇ ਰਾਰੇ ਨਾਲ ਸਿਹਾਰੀ ਗੁਰੂ ਨੇ। ਕਹੋ ਨਾਨਕ, ਇੱਥੇ ਥੋੜਾ ਵਿਸ਼ਰਾਮ ਲਗਾਣਾ ਹੈ। ਗੁਰ ਭਰਮ ਚੁਕਾਇਆ,
ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ। ਭਰਮ ਦਾ ਮਤਲਬ ਭੁਲੇਖਾ ਦੂਰ ਕਰਤਾ, ਜਿਸ ਨੂੰ ਅਸਲੀਅਤ ਸਮਝਾ ਦਿੱਤੀ। ਗੁਰੂ ਦੇ ਗਿਆਨ ਰਾਹੀਂ, ਯੂਨੀਵਰਸਲ ਟਰੁੱਥ ਰਾਹੀਂ, ਜਿਸ ਨੂੰ ਗੁਰੂ ਦੇ ਗਿਆਨ ਰਾਹੀਂ ਜਿਸ ਨੂੰ ਯੂਨੀਵਰਸਲ ਟਰੁੱਥ ਦਾ ਪਤਾ ਲੱਗ ਗਿਆ, ਜਿਸ ਨੇ ਇਸ ਅਸਲੀਅਤ ਨੂੰ ਜਾਣ ਲਿਆ, ਜਿਹਦੀ ਜ਼ਿੰਦਗੀ 'ਚ ਭੁਲੇਖਾ ਦੂਰ ਹੋ ਗਿਆ, ਨਾ ਕੋਈ ਮਰੇ ਨਾ ਆਵੇ ਜਾਇਆ, ਉਹਨੂੰ ਸਮਝ ਆ ਜਾਂਦੀ ਹੈ, ਨਾ ਕੋਈ ਮਰਦਾ ਹੈ, ਨਾ ਕੋਈ ਆਉਂਦਾ ਹੈ, ਨਾ ਕੋਈ ਜਾਂਦਾ ਹੈ। ਉਹਨੂੰ ਸਮਝ ਆ ਜਾਂਦੀ ਹੈ, ਜਿਹਦਾ ਭੁਲੇਖਾ ਗੁਰੂ ਦੂਰ ਕਰ ਦਿੰਦਾ ਹੈ। ਗੁਰੂ ਗਿਆਨ ਰਾਹੀਂ ਜਿਸ ਨੂੰ ਅਸਲੀਅਤ ਦੀ ਸਮਝ ਆ ਜਾਂਦੀ ਹੈ, ਉਹਨੂੰ ਸਮਝ ਆ ਜਾਂਦਾ ਹੈ ਕਿ ਨਾ ਕੋਈ ਆਉਂਦਾ ਹੈ, ਨਾ ਕੋਈ ਜਾਂਦਾ ਹੈ, ਨਾ ਕੋਈ ਜੰਮਦਾ ਹੈ, ਨਾ ਕੋਈ ਮਰਦਾ ਹੈ। ਇਸੇ ਸੰਸਾਰ ਦੇ ਅੰਦਰ ਹੀ ਖੇਲ ਚੱਲ ਰਹੀ ਹੈ। ਔਰ ਇਹਨੂੰ ਅਸੀਂ ਸੌਖਾ ਐਵੇਂ ਸਮਝ ਸਕਦੇ ਹਾਂ, ਜਿਵੇਂ ਗੁਰੂ ਤੇਗ ਬਹਾਦਰ ਜੀ ਸਮਝਾ ਰਹੇ ਨੇ ਨਾ, ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਦੇਖੋ ਕਿੰਨਾ ਸੋਹਣਾ ਅਸੀਂ ਸਮਝ ਸਕਦੇ ਹਾਂ ਕਿ ਇਹ ਜਗਤ ਦੀ ਰਚਨਾ ਐਵੇਂ ਹੋਈ ਹੈ ਜਿਵੇਂ ਪਾਣੀ ਦੇ ਅੰਦਰ ਸਮੁੰਦਰ ਦੇ ਵਿੱਚ ਬੁਲਬੁਲਾ ਹੈ। ਜਗ ਰਚਨਾ ਐਸੇ ਰਚੀ ਕਹੋ ਨਾਨਕ ਸੁਨ ਮੀਤ, ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੇ ਨੀਤ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੇ ਨੀਤ, ਜਿਵੇਂ ਪਾਣੀ ਦੇ ਅੰਦਰ ਬੁਲਬੁਲਾ ਪੈਦਾ ਹੁੰਦਾ ਹੈ, ਉਪਜਦਾ ਹੈ ਤੇ ਬਿਨਸ ਜਾਂਦਾ ਹੈ। ਕੀ ਉਹ ਬੁਲਬੁਲਾ ਬਾਹਰੋਂ ਆਣ ਕੇ ਪੈਦਾ ਹੋਇਆ? ਬਾਹਰੋਂ ਆਣ ਕੇ ਪੈਦਾ ਹੋਇਆ? ਕਿਸੇ ਪਹਿਲਾਂ ਹੋਰ ਜਨਮ ਵਿੱਚ ਸੀ? ਨਾ, ਪਾਣੀ ਵਿੱਚੋਂ ਹੀ ਪੈਦਾ ਹੋਇਆ। ਤੇ ਖਤਮ ਜਦੋਂ ਹੋਇਆ ਉਦੋਂ ਕਿਸੇ ਹੋਰ ਜਨਮ ਵਿੱਚ ਪੈ ਗਿਆ ਜਾਂ ਕਿਤੇ ਹੋਰ ਚਲਾ ਗਿਆ? ਨਾ, ਪਾਣੀ ਚੋਂ ਹੀ ਪੈਦਾ ਹੋਇਆ, ਪਾਣੀ 'ਚ ਹੀ ਖਤਮ ਹੋ ਗਿਆ। ਨਾ ਕਿਤੇ ਵੱਖਰਾ ਆਇਆ, ਨਾ ਕਿਤੇ ਵੱਖਰਾ ਗਿਆ। ਨਿਤ ਪੈਦਾ ਹੋ ਰਿਹਾ ਹੈ, ਨਿਤ ਬਿਨਸ ਰਿਹਾ ਹੈ, ਹਰ ਪਲ ਪੈਦਾ ਹੋ ਰਿਹਾ ਹੈ, ਹਰ ਪਲ ਬਿਨਸ ਰਿਹਾ ਹੈ। ਇਸੇ ਤਰ੍ਹਾਂ ਇਹ ਸਾਰੇ ਖੰਡ ਮੰਡਲ ਬ੍ਰਹਿਮੰਡ ਜੀਵ ਜੰਤ ਪੈਦਾ ਹੋ ਰਹੇ ਨੇ, ਬਿਨਸ ਰਹੇ ਨੇ, ਇੱਕ ਦੇ ਵਿੱਚੋਂ ਹੀ ਪੈਦਾ ਹੋ ਰਹੇ ਨੇ, ਇੱਕ ਦੇ ਵਿੱਚ ਹੀ ਬਿਨਸ ਰਹੇ ਨੇ। ਨਾ ਕਿਤੋਂ ਕੋਈ ਆ ਰਿਹਾ ਹੈ, ਨਾ ਕਿਤੋਂ ਕੋਈ ਜਾ ਰਿਹਾ ਹੈ। ਜਿਵੇਂ ਪਾਣੀ ਦੇ ਬੁਲਬੁਲੇ ਨਾ ਬਾਹਰੋਂ ਆਉਂਦੇ ਨੇ, ਨਾ ਬਾਹਰ ਜਾਂਦੇ ਨੇ, ਇਸੇ ਤਰ੍ਹਾਂ ਇੱਕ ਦੇ ਵਿੱਚੋਂ ਹੀ ਉਤਪਤੀ ਔਰ ਲਹਿਤਾ ਪਾਲਣਾ ਸਾਰਾ ਕੁਝ ਹੋ ਰਿਹਾ ਹੈ। ਨਾ ਕੋਈ ਮਰਦਾ ਹੈ, ਨਾ ਕੋਈ ਆਉਂਦਾ ਹੈ, ਨਾ ਕੋਈ ਜਾਂਦਾ ਹੈ। ਜਿਨ੍ਹਾਂ ਦਾ ਗੁਰੂ ਨੇ ਭਰਮ ਦੂਰ ਕਰ ਦਿੱਤਾ, ਉਹਨਾਂ ਨੂੰ ਇਸ ਚੀਜ਼ ਦੀ ਸਮਝ ਆ ਗਈ।